chapter number 1, section A, gender bias, written by Sudha Murthy। ਬੇਟਾ ਇਹ ਚੈਪਟਰ ਤੁਹਾਡੇ ਸਿਲੇਬਸ ਦਾ ਫਰਸਟ ਚੈਪਟਰ ਹੈ ਔਰ ਅੱਜ ਟੀਵੀ ਤੇ ਇਹ ਤੁਹਾਡੇ ਲਈ ਆਣਾ ਵੀ ਹੈ। ਤੁਸੀਂ ਇਸ ਨੂੰ ਜ਼ਰੂਰ ਦੇਖਣਾ। ਉਸ ਤੋਂ ਪਹਿਲਾਂ ਇਹਨੂੰ ਆਪਾਂ ਬਰੀਫਲੀ ਡਿਸਕਸ ਕਰ ਲੈਂਦੇ ਹਾਂ ਇੱਕ ਵਾਰ ਫੇਰ। ਸੁਧਾ ਮੂਰਤੀ, ਸ਼ੀ ਵਾਜ਼ ਬੋਰਨ ਇਨ 1950। 1950 ਦੇ ਵਿੱਚ ਸੁਧਾ ਮੂਰਤੀ ਦਾ ਜਨਮ ਹੋਇਆ ਸੀ। ਔਰ ਸੁਧਾ ਮੂਰਤੀ ਇਹੋ ਜਿਹੇ ਇੱਕ ਰਾਈਟਰ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਨੁਭਵ ਲਿਖੇ ਨੇ, ਲੇਕਿਨ ਬੇਸਿਕਲੀ ਉਹ ਕੌਣ ਨੇ? ਸ਼ੀ ਇਜ਼ ਅ ਸੋਸ਼ਲ ਵਰਕਰ ਐਂਡ ਆਥਰ। ਉਹ ਲੇਖਕ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵਿਕਾ ਵੀ ਨੇ। ਟੀਚਰ ਦੇ ਤੌਰ ਤੇ ਕੰਮ ਵੀ ਕੀਤਾ। ਇਨਫੋਸਿਸ ਕੰਪਨੀ ਦੇ ਮਾਲਿਕ ਉਹਨਾਂ ਦੇ ਹਸਬੈਂਡ ਨੇ। ਸੋ ਇਸ ਤਰ੍ਹਾਂ ਉਹ ਇੱਕ ਬਹੁਤ ਵਧੀਆ ਘਰਾਣੇ ਨਾਲ ਸੰਬੰਧ ਰੱਖਦੇ ਆ ਸੁਧਾ ਮੂਰਤੀ ਜੀ। ਔਰ ਸੁਧਾ ਮੂਰਤੀ ਜੀ ਇਹੋ ਜੀ ਪਹਿਲੀ ਲੜਕੀ ਸੀ ਇੰਡੀਆ ਦੀ ਜਿਸਨੇ ਕਿ ਇੰਜੀਨੀਅਰਿੰਗ ਕੀਤੀ 1971 ਦੇ ਵਿੱਚ। ਆਫਟਰ ਅ ਡਿਗਰੀ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਇਨ ਹੁਬਲੀ। ਹੁਬਲੀ ਉਹਨਾਂ ਦੇ ਸ਼ਹਿਰ ਦਾ ਨਾਮ ਹੈ, ਜਿੱਥੇ ਜਿਵੇਂ ਤੁਸੀਂ ਭੈਣੀ ਬਾਗਾ ਦੇ ਹੋ ਜਾਂ ਠੂਠਿਆਂ ਵਾਲੀ ਦੇ ਹੋ ਤਾਂ ਉਹ ਕਿੱਥੋਂ ਦੇ ਸੀ? ਹੁਬਲੀ ਦੇ। Sudha Murthy went on to do an M.Tech in Computer Science from Indian Institute of Science, Bangalore। ਤਾਂ ਉਹਨਾਂ ਨੇ ਆਪਣੀ ਜਦੋਂ ਬੇਸਿਕ ਪੜ੍ਹਾਈ ਪੂਰੀ ਕੀਤੀ ਉਸ ਤੋਂ ਬਾਅਦ ਉਹ M.Tech ਕਰਨ ਚਲੇ ਗਏ ਕੰਪਿਊਟਰ ਸਾਇੰਸ ਦੀ। ਇਹਦੇ ਬਾਰੇ ਤੁਹਾਨੂੰ ਬਹੁਤ ਕੁਐਸਚਨ ਆਉਂਦਾ ਹੈ ਕਿ ਸੁਧਾ ਮੂਰਤੀ ਕਿਹੜਾ ਕੋਰਸ ਕਰਦੇ ਸੀ? M.Tech in ਕੰਪਿਊਟਰ ਸਾਇੰਸ। ਕਈ ਵਾਰੀ ਇਹ ਵੀ ਪੁੱਛਿਆ ਜਾਂਦਾ ਕਿੱਥੇ? ਇੰਡੀਅਨ ਇੰਸਟੀਚਿਊਟ ਆਫ ਸਾਇੰਸਿਸ ਬੈਂਗਲੌਰ। ਉੱਥੇ ਇਹਨਾਂ ਨੇ M.Tech ਕੀਤੀ। ਤਾਂ ਉਸ M.Tech ਦੇ ਦੌਰਾਨ ਉਹਨਾਂ ਦਾ ਇੱਕ ਅਨੁਭਵ ਹੋਇਆ। ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਮੇਰੀ ਜਿਹੜੀ ਲਾਈਫ ਹੈ, ਕੀ ਹੋ ਗਿਆ, ਇੱਕ ਮਿੰਟ ਮੈਂ ਸਕਰੀਨ ਸ਼ੇਅਰ ਦੁਬਾਰਾ ਕਰਦੀ ਹਾਂ। ਇਹ ਮਹਿਸੂਸ ਕੀਤਾ ਕਿ ਮੇਰੀ ਜਿਹੜੀ ਲਾਈਫ ਹੈ ਉਸ ਦੇ ਵਿੱਚ ਮੈਂ ਕਦੀ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ ਕਿ ਮੇਰੇ ਨਾਲ ਕੋਈ ਵਿਤਕਰਾ ਹੋਇਆ। ਪਰ ਇੱਕ ਘਟਨਾ ਨੇ ਮੈਨੂੰ ਲੜਕੀਆਂ ਦੇ ਪ੍ਰਤੀ ਵਿਤਕਰੇ ਦਾ ਅਹਿਸਾਸ ਕਰਾਇਆ। ਉਹ ਵਿਤਕਰਾ ਕੀ ਸੀ ਉਸ ਦੇ ਬਾਰੇ ਚੈਪਟਰ ਹੈ। ਚੈਪਟਰ ਸ਼ੁਰੂ ਹੋ ਰਿਹਾ। It was long ago I was young and bright, bold and idealistic। ਸੋ 4 ਕੁਆਲਿਟੀਜ਼ ਸੁਧਾ ਮੂਰਤੀ ਨੇ ਸਾਨੂੰ ਆਪਣੀਆਂ ਦੱਸਦੀਆਂ ਕਿ ਮੈਂ ਨੌਜਵਾਨ ਸੀ, ਯੰਗ, ਬ੍ਰਾਈਟ, ਬਹੁਤ ਹੁਸ਼ਿਆਰ ਸੀ, ਬੋਲਡ ਸੀ, ਮੈਂ ਕਿਸੇ ਤੋਂ ਡਰਦੀ ਨਹੀਂ ਸੀ, ਪੂਰੀ ਵਧੀਆ ਤੱਕੜ ਕਿਸਮ ਦੀ ਲੜਕੀ ਸੀ, ਆਈਡੀਅਲਿਸਟਿਕ, ਤੇ ਮੈਂ ਬੜੀ ਆਦਰਸ਼ਵਾਦੀ ਸੀ। ਜਿਹੜੀ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਸੀ ਮੈਂ ਉਹਦੇ ਖਿਲਾਫ ਆਵਾਜ਼ ਉਠਾਉਂਦੀ ਸੀ। ਸੋ ਆਈ ਵਾਜ਼ ਇਨ ਫਾਈਨਲ ਈਅਰ ਆਫ ਮਾਸਟਰਸ ਕੋਰਸ। ਤੁਹਾਨੂੰ ਜਿਵੇਂ ਮੈਂ ਦੱਸਿਆ ਮਾਸਟਰਸ ਕੋਰਸ ਕਰ ਰਹੀ ਸੀ, ਯਾਨੀ ਕਿ M.Tech ਕਰ ਰਹੀ ਸੀ। ਕਾਹਦੀ? ਕੰਪਿਊਟਰ ਸਾਇੰਸ ਦੀ। ਕਿੱਥੇ? ਇੰਡੀਅਨ ਇੰਸਟੀਚਿਊਟ ਆਫ ਸਾਇੰਸਿਸ ਇਨ ਬੈਂਗਲੌਰ। ਉਸ ਟਾਈਮ ਉਸਦਾ ਨਾਂ ਕੀ ਸੀ? ਦੈਨ ਨੋਨ ਐਜ਼ ਟਾਟਾ ਇੰਸਟੀਚਿਊਟ। ਅੱਜ ਉਸਨੂੰ ਇੰਡੀਅਨ ਇੰਸਟੀਚਿਊਟ ਆਫ ਸਾਇੰਸਿਸ ਕਹਿੰਦੇ ਆ, ਲੇਕਿਨ ਉਦੋਂ ਉਹਨੂੰ ਆਪਾਂ ਕੀ ਕਹਿੰਦੇ ਸੀ? ਟਾਟਾ ਇੰਸਟੀਚਿਊਟ। ਲਾਈਫ ਵਾਜ਼ ਫੁੱਲ ਆਫ ਫਨ ਐਂਡ ਜੋਏ। ਤਾਂ ਉਹ ਕਹਿੰਦੇ ਕਿ ਮੇਰੀ ਜ਼ਿੰਦਗੀ ਉੱਥੇ ਕਿਹੋ ਜਿਹੀ ਸੀ? ਬਹੁਤ ਖੁਸ਼ੀਆਂ ਭਰੀ ਜ਼ਿੰਦਗੀ ਸੀ। ਮੈਨੂੰ ਪਤਾ ਹੀ ਨਹੀਂ ਸੀ ਦੁੱਖ ਕੀ ਹੁੰਦਾ। ਚੰਗਾ ਪਰਿਵਾਰ ਸੀ, ਚੰਗਾ ਪੜ੍ਹਾ ਰਹੇ ਸੀ। 1971 ਦੇ ਵਿੱਚ ਬੇਟੇ ਬੱਚਿਆਂ ਨੂੰ 10ਵੀਂ ਵੀ ਨਹੀਂ ਕਰਾਉਂਦੇ ਸੀ ਕੁੜੀਆਂ ਨੂੰ, ਤੇ ਉਸ ਟਾਈਮ ਤੇ ਇੱਕ ਬੱਚਾ ਇੰਜੀਨੀਅਰਿੰਗ ਕਰ ਰਿਹਾ ਤੇ ਇੰਜੀਨੀਅਰਿੰਗ ਕਰਕੇ ਉਹ ਇੰਨਾ ਵਧੀਆ ਲਾਈਫ ਦੇ ਵਿੱਚ M.Tech ਦਾ ਕੋਰਸ ਕਰ ਰਿਹਾ। 1971 ਚ ਤਾਂ ਲੋਕਾਂ ਨੂੰ ਕੰਪਿਊਟਰ ਵੀ ਨਹੀਂ ਪਤਾ ਹੁੰਦਾ ਸੀ ਕੀ ਹੈ। ਤਾਂ ਇਸ ਲਈ ਉਹ ਕਹਿੰਦੇ ਕਿ ਮੇਰੀ ਲਾਈਫ ਬਹੁਤ ਹੀ ਵਧੀਆ ਸੀ, full of fun and joy। I did not know what helplessness or injustice meant। ਮੈਨੂੰ ਪਤਾ ਹੀ ਨਹੀਂ ਸੀ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੈਲਪਲੈਸਨੈਸ ਕੀ ਹੁੰਦੀ ਹੈ। ਹੈਲਪਲੈਸਨੈਸ ਕਹਿੰਦੇ ਆਪਾਂ ਮਜਬੂਰੀ ਨੂੰ। ਹੈਲਪਲੈਸਨੈਸ ਮਤਲਬ ਮਜਬੂਰੀ। ਦੈਨ ਇਨਜਸਟਿਸ। ਇਨਜਸਟਿਸ ਕੀ ਹੁੰਦਾ ਬੇਟੇ? ਨਾ ਇਨਸਾਫੀ। ਸੋ ਇਹ ਦੋ ਚੀਜ਼ਾਂ ਤਾਂ ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ, ਨਾ ਮਜਬੂਰੀ ਨਾ ਇਨਸਾਫੀ, ਕਿਉਂਕਿ ਮੈਂ ਆਪਣੇ ਘਰ ਪਰਿਵਾਰ ਚ ਬਹੁਤ ਪਿਆਰਾ ਬੱਚਾ ਸੀ। ਮੈਨੂੰ ਸਾਰੇ ਬਹੁਤ ਪਿਆਰ ਕਰਦੇ ਸੀ, ਮਾਤਾ ਪਿਤਾ। ਸੋ 1974 ਦੀ ਗੱਲ ਹੈ। ਬੈਂਗਲੌਰ ਵਾਜ਼ ਗੈਟਿੰਗ ਵਾਰਮ। ਬੈਂਗਲੌਰ ਦੇ ਵਿੱਚ ਹਲਕੀ ਹਲਕੀ ਗਰਮੀ ਹੋ ਰਹੀ ਸੀ। ਐਂਡ ਗੁਲਮੋਹਰਸ ਵਰ ਬਲੂਮਿੰਗ ਐਟ ਦਾ IISc ਕੈਂਪਸ। IISc ਕੀ ਹੈ? ਇਹ ਇੰਡੀਅਨ ਇੰਸਟੀਚਿਊਟ ਆਫ ਸਾਇੰਸਿਸ ਦੀ ਸ਼ਾਰਟ ਫਾਰਮ ਹੈ। ਸੋ ਕਹਿੰਦੇ ਕਿ IISc ਦੇ ਕੈਂਪਸ ਦੇ ਵਿੱਚ ਉਸ ਦੇ ਅੰਦਰ ਗੁਲਮੋਹਰ ਦੇ ਫੁੱਲ ਖਿੜ ਰਹੇ ਸੀ। ਬੇਟੇ ਜੇ ਤੁਹਾਨੂੰ ਪਤਾ ਹੋਵੇ, ਆਪਾਂ ਬੈਂਗਲੌਰ ਨੂੰ ਸਿਟੀ ਆਫ ਗਾਰਡਨਸ ਕਹਿੰਦੇ ਹਾਂ, ਉੱਥੇ ਬਾਗ ਬਹੁਤ ਜ਼ਿਆਦਾ ਨੇ।
ਤੁਸੀਂ ਸ਼ਹਿਰ 'ਚ ਕਿਤੇ ਵੀ ਖੜੇ ਹੋ ਜਾਓਗੇ, ਕਿਸੇ ਵੀ ਜਗ੍ਹਾ, ਕਿਸੇ ਵੀ ਛੱਤ, ਕਿਸੇ ਵੀ ਘਰ ਤੋਂ ਦੇਖੋਗੇ ਤਾਂ ਤੁਹਾਨੂੰ ਦਰਖਤ ਹੀ ਦਰਖਤ, ਗਾਰਡਨਸ ਹੀ ਗਾਰਡਨ ਨਜ਼ਰ ਆਣਗੇ। ਤਾਂ ਉਹਨਾਂ ਦੇ ਕਾਲਜ 'ਚ ਵੀ ਉਸ ਟਾਈਮ ਪੂਰੇ ਫੁੱਲ ਖਿੜੇ ਹੋਏ ਸੀ ਉਸ ਇੰਸਟੀਚਿਊਟ ਦੇ ਵਿੱਚ। ਔਰ ਉਹਨਾਂ ਨੇ ਅੱਗੇ ਸਾਨੂੰ ਕੀ ਦੱਸਿਆ, ਆਈ ਵਾਜ਼ ਦ ਓਨਲੀ ਗਰਲ ਇਨ ਮਾਈ ਪੋਸਟ ਗ੍ਰੈਜੂਏਟ ਡਿਪਾਰਟਮੈਂਟ। ਸੋ ਮੇਰਾ ਜਿਹੜਾ ਇਹ ਪੋਸਟ ਗ੍ਰੈਜੂਏਸ਼ਨ ਦਾ ਡਿਪਾਰਟਮੈਂਟ ਚੱਲ ਰਿਹਾ ਸੀ, ਉੱਥੇ ਮੈਂ ਇਕੱਲੀ ਹੀ ਲੜਕੀ ਸੀ। ਹੁਣ ਤੁਹਾਨੂੰ ਇਹ ਵੀ ਕਈ ਵਾਰ ਆ ਜਾਂਦਾ ਕੁਐਸਚਨ ਕਿ ਹਾਊ ਮੈਨੀ ਗਰਲਸ ਵਰ ਦੇਅਰ ਇਨ ਹਰ ਕਲਾਸ। ਉਹਨਾਂ ਦੀ ਕਲਾਸ ਦੇ ਵਿੱਚ ਬਾਕੀ ਸਾਰੇ ਲੜਕੇ ਸੀ, ਸ਼ੀ ਵਾਜ਼ ਦ ਓਨਲੀ ਗਰਲ, ਉਹ ਇਕੱਲੀ ਹੀ ਲੜਕੀ ਸੀ। ਤਾਂ ਰਾਈਟਰ ਕਹਿੰਦੀ ਕਿ ਨਾਓ 50% ਗਰਲਸ ਆਰ ਦੇਅਰ ਇਨ ਇੰਜੀਨੀਅਰਿੰਗ ਕਾਲਜ। ਅੱਜ ਤੁਸੀਂ ਇੰਜੀਨੀਅਰਿੰਗ ਕਾਲਜ 'ਚ ਜਾਓਗੇ ਤਾਂ 100, ਅਗਰ 100 ਦੀ ਕਲਾਸ ਹੈ ਤਾਂ ਉਹ 'ਚੋਂ 50 ਕੁੜੀਆਂ ਹੋਣਗੀਆਂ, 50 ਮੁੰਡੇ। ਲੇਕਿਨ ਜਦੋਂ ਮੈਂ ਪੜ੍ਹਦੀ ਸੀ, ਸੁਧਾ ਮੂਰਤੀ ਕਹਿੰਦੇ 1974 ਦੇ ਵਿੱਚ, ਉਦੋਂ ਕੀ ਸੀ, ਉਦੋਂ ਮੈਂ ਇਕੱਲੀ ਕੁੜੀ ਸੀ ਤੇ ਬਾਕੀ ਸਾਰੇ ਮੁੰਡੇ ਸੀ ਮੇਰੀ ਕਲਾਸ ਦੇ ਵਿੱਚ, ਕਿਉਂਕਿ ਉਸ ਟਾਈਮ ਕੁੜੀਆਂ ਨੂੰ ਨਹੀਂ ਪੜ੍ਹਾਇਆ ਜਾਂਦਾ ਸੀ। ਬੇਟੇ ਦੇਖੋ ਕਿੰਨੀਆਂ ਪੁਰਾਣੀਆਂ ਗੱਲਾਂ ਨੇ, ਸਾਡੇ ਵਰਗਿਆਂ ਦਾ ਵੀ ਜਨਮ ਨਹੀਂ ਹੋਇਆ ਸੀ ਉਦੋਂ। I was looking forward to going abroad to complete a doctorate in computer science। ਔਰ ਮੈਂ ਇਰਾਦਾ ਕੀ ਬਣਾ ਰੱਖਿਆ ਸੀ ਕਿ ਮੈਂ ਇੱਥੋਂ ਐਮਟੈਕ ਕਰਕੇ ਮੈਂ ਤਾਂ ਫੋਰਨ ਜਾਊਂਗੀ ਤੇ ਉੱਥੇ ਜਾ ਕੇ PhD ਕਰੂੰਗੀ। ਸੋ ਉਹਨਾਂ ਦਾ ਇਸ ਦੇਸ਼ ਦੇ ਵਿੱਚ ਰਹਿਣ ਦਾ ਜਾਂ ਇਸ ਦੇਸ਼ ਦੇ ਵਿੱਚ ਨੌਕਰੀ ਕਰਨ ਦਾ ਕੋਈ ਵੀ ਇਰਾਦਾ ਨਹੀਂ ਸੀ। ਸੁਣ ਰਹੇ ਹੋ ਬੇਟਾ, ਹੈਗੇ ਹੋ ਉੱਥੇ? ਯਸ ਕਲਾਸ, ਆਵਾਜ਼ ਆ ਰਹੀ ਹੈ ਮੇਰੀ? ਸ਼ਾਬਾਸ਼, ਓਕੇ। ਤਾਂ ਹੁਣ ਉਹ ਕਹਿੰਦੇ ਕਿ ਆਈ ਵਾਜ਼ ਲੁਕਿੰਗ ਫਾਰਵਰਡ ਟੂ ਗੋ ਅਬਰੋਡ, ਆਈ ਹੈਡ ਬੀਨ ਆਫਰਡ ਸਕਾਲਰਸ਼ਿਪ ਫਰੋਮ ਯੂਨੀਵਰਸਿਟੀਜ਼ ਇਨ ਦ US। ਤੇ ਮੈਂ ਇੰਨੀ ਹੁਸ਼ਿਆਰ ਸੀ, ਫਸਟ ਕਲਾਸ ਨੰਬਰ ਲੈ ਰਹੀ ਸੀ, ਤੇ ਯੂਨਾਈਟਿਡ ਸਟੇਟਸ ਦੀਆਂ ਯੂਨੀਵਰਸਿਟੀਜ਼ ਤੋਂ ਮੈਨੂੰ ਸਕਾਲਰਸ਼ਿਪ ਵੀ ਆ ਰਹੀ ਸੀ। ਤਾਂ ਮੈਂ ਸੋਚਿਆ ਕਿ ਨਾ ਤਾਂ ਮੇਰਾ ਕੋਈ ਖਰਚਾ ਹੋਣਾ, ਸਕਾਲਰਸ਼ਿਪ ਦਾ ਮਤਲਬ ਵੀ ਯੂਨੀਵਰਸਿਟੀ ਹੀ ਤੁਹਾਡਾ ਖਰਚਾ ਦੇ ਰਹੀ ਹੈ ਪੜ੍ਹਾਈ ਲਿਖਾਈ ਦਾ, ਤਾਂ ਮੇਰਾ ਖਰਚਾ ਵੀ ਨਹੀਂ ਹੋਣਾ ਸੀ। ਯੂਨੀਵਰਸਿਟੀ ਆਪਣੇ ਖਰਚੇ ਤੇ ਮੈਨੂੰ ਪੜ੍ਹਾਉਣ ਲਈ ਤਿਆਰ ਸੀ। ਇਸ ਲਈ ਮੇਰਾ ਇਰਾਦਾ ਸੀ ਕਿ ਮੈਂ ਅੱਗੇ ਕੀ ਕਰੂੰਗੀ, ਕੰਪਿਊਟਰ ਸਾਇੰਸ ਦੀ PhD ਕਰੂੰਗੀ। ਬਾਕੀ ਗਰਲਸ ਕੀ ਕਰ ਰਹੀਆਂ ਸੀ ਉੱਥੇ, ਅਦਰ ਗਰਲਸ ਵਰ ਪਰਸੂਇੰਗ ਰਿਸਰਚ ਇਨ ਡਿਫਰੈਂਟ ਡਿਪਾਰਟਮੈਂਟਸ ਆਫ ਸਾਇੰਸ। ਬਾਕੀ ਕੁੜੀਆਂ ਉੱਥੇ ਰਿਸਰਚ ਕਰ ਰਹੀਆਂ ਸੀ। ਰਿਸਰਚ ਮਤਲਬ ਖੋਜ, ਮਤਲਬ PhD ਜਾਂ MPhil ਦੇ ਕੋਰਸਿਸ। I was looking forward to going abroad। ਮੈਂ ਤਾਂ ਫੋਰਨ ਜਾਣਾ ਚਾਹੁੰਦੀ ਸੀ, ਲੇਕਿਨ ਕੁਝ ਅਜਿਹਾ ਹੁੰਦਾ ਹੈ ਕਿ ਮੈਂ ਫੋਰਨ ਜਾਣਾ ਕੈਂਸਲ ਕਰਕੇ ਇੱਥੇ ਹੀ ਲਾਈਫ 'ਚ ਸੈਟਲ ਹੋ ਗਈ। ਉਹ ਘਟਨਾ ਕੀ ਹੋਈ ਉਹਦੇ ਬਾਰੇ ਉਹ ਦੱਸਦੇ ਨੇ। I saw an advertisement on the notice board one day while on the way to my hostel from our lecture hall complex। ਹੁਣ ਉਹ ਕਹਿੰਦੇ ਕਿ ਮੈਂ ਆਪਣੇ ਲੈਕਚਰ ਹਾਲ 'ਚੋਂ ਲੈਕਚਰ ਲਗਾ ਕੇ ਹੋਸਟਲ ਵੱਲ ਨੂੰ ਜਾ ਰਹੀ ਸੀ। ਅਚਾਨਕ ਹੀ ਮੈਂ ਨੋਟਿਸ ਬੋਰਡ ਤੇ ਕੀ ਦੇਖੀ, ਇੱਕ ਐਡਵਰਟੀਜ਼ਮੈਂਟ। ਐਡਵਰਟੀਜ਼ਮੈਂਟ ਮਤਲਬ ਮਸ਼ਹੂਰੀ। It was a standard job requirement notice from the famous automobile company Telco, now Tata Motors। ਤੁਸੀਂ ਟਾਟਾ ਮੋਟਰਸ ਦਾ ਨਾਂ ਸੁਣਿਆ ਹੋਣਾ। ਟਾਟਾ ਮੋਟਰਸ ਦਾ ਪੁਰਾਣਾ ਨਾਮ ਸੀ ਟੈਲਕੋ। ਤਾਂ ਟੈਲਕੋ ਕੰਪਨੀ ਨੇ ਇੱਕ ਐਡਵਰਟੀਜ਼ਮੈਂਟ ਦਿੱਤੀ ਹੋਈ ਸੀ ਕਿ ਉਹਨਾਂ ਨੂੰ ਕੀ ਚਾਹੀਦੇ ਨੇ, EMPLOYEES ਚਾਹੀਦੇ ਨੇ, ਉਹਨਾਂ ਨੂੰ ਵਰਕਰ ਚਾਹੀਦੇ ਨੇ ਆਪਣੀ ਕੰਪਨੀ ਵਾਸਤੇ। It stated that company required young bright engineers, hardworking and with excellent academic background। ਤਾਂ ਕਹਿੰਦੇ ਉਸ ਐਡਵਰਟੀਜ਼ਮੈਂਟ 'ਚ ਲਿਖਿਆ ਹੋਇਆ ਸੀ ਕਿ ਸਾਨੂੰ ਯੰਗ ਤੇ ਬ੍ਰਾਈਟ ਕੈਂਡੀਡੇਟ ਚਾਹੀਦੇ। ਹੁਣ ਆਪਾਂ ਨੂੰ ਵੀ ਪਤਾ ਕਿ ਸੁਧਾ ਮੂਰਤੀ ਯੰਗ ਤੇ ਬ੍ਰਾਈਟ ਸੀ। ਯੰਗ ਮਤਲਬ ਨੌਜਵਾਨ, ਬ੍ਰਾਈਟ ਮਤਲਬ ਹੁਸ਼ਿਆਰ। ਤਾਂ ਉਹ ਕਹਿੰਦੀ ਕਿ ਮੈਂ ਯੰਗ ਸੀ, ਬ੍ਰਾਈਟ ਸੀ, ਮੈਂ ਐਡਵਰਟੀਜ਼ਮੈਂਟ ਦੇਖ ਕੇ ਖੁਸ਼ ਹੋਈ। ਉਸਨੇ ਕਿਹਾ ਕਿ ਯੰਗ ਬ੍ਰਾਈਟ ਇੰਜੀਨੀਅਰ ਆਓ। ਠੀਕ ਹੈ, ਮੈਂ ਵੀ ਯੰਗ ਬ੍ਰਾਈਟ ਇੰਜੀਨੀਅਰ ਸੀ। ਤੇ ਉਹਨਾਂ ਨੇ ਕਿਹਾ ਕਿ ਟੈਲਕੋ ਵੱਲੋਂ ਇਹ ਐਡਵਰਟੀਜ਼ਮੈਂਟ ਸੀ। ਟੈਲਕੋ ਇੱਕ ਮਸ਼ਹੂਰ ਆਟੋਮੋਬਾਈਲਸ ਦੀ ਕੰਪਨੀ ਆ, ਤੁਹਾਨੂੰ ਪਤਾ ਇਹਨਾਂ ਦੀਆਂ ਕਾਰਾਂ, ਟਰੱਕਸ ਵਗੈਰਾ ਸਾਰਾ ਕੁਛ ਹੀ ਆਉਂਦਾ ਟਾਟਾ ਮੋਟਰਸ ਦਾ। ਤਾਂ ਉਹ ਕਹਿੰਦੇ ਕਿ ਇਸ ਤਰੀਕੇ ਨਾਲ ਮੈਂ ਜਦੋਂ ਇਹ ਪੜ੍ਹੀ ਤਾਂ ਇੱਕ ਲਾਈਨ ਪੜ੍ਹ ਕੇ ਮੈਨੂੰ ਬਹੁਤ ਗੁੱਸਾ ਆ ਗਿਆ। ਐਟ ਦ ਬੋਟਮ ਵਾਜ਼ ਅ ਲਾਈਨ। ਬੋਟਮ ਮਤਲਬ ਬਿਲਕੁਲ ਨੀਚੇ, ਉਸ ਨੋਟਿਸ ਦੇ ਬਿਲਕੁਲ ਨੀਚੇ ਇੱਕ ਲਾਈਨ ਸੀ। ਕਈ ਵਾਰੀ ਤੁਹਾਨੂੰ ਇਹ ਕੁਐਸਚਨ ਵੀ ਆਉਂਦਾ ਹੈ ਕਿ ਕਿਉਂ ਗੁੱਸਾ ਆਇਆ ਉਹਨਾਂ ਨੂੰ। ਹੁਣ ਤੁਸੀਂ ਦੇਖੋ ਕਿ ਕਿਹੜੀ ਲਾਈਨ ਪੜ੍ਹ ਕੇ ਉਹਨਾਂ ਨੂੰ ਗੁੱਸਾ ਆਇਆ। ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ। ਉਹ ਲਾਈਨ ਕੀ ਸੀ ਬੇਟੇ? ਸਕਰੀਨ ਸ਼ੇਅਰ ਹੋ ਰਹੀ ਹੈ ਤੁਹਾਨੂੰ? ਕਲਾਸ ਸਕਰੀਨ ਦਿਖ ਰਹੀ ਹੈ? ਬੋਲੋ ਤਾਂ ਸਹੀ ਨਾ, ਸਕਰੀਨ ਨਹੀਂ ਦਿਖ ਰਹੀ। ਮੈਂ ਸਕਰੀਨ ਸ਼ੇਅਰ ਕਰਕੇ ਹੀ ਪੜ੍ਹਾ ਰਹੀ ਸੀ। ਇੱਕ ਮਿੰਟ, ਕਈ ਵਾਰੀ ਨਾ ਨੈਟ ਕਰਕੇ ਬੇਟੇ ਡਿਸਕਨੈਕਟ ਹੋ ਜਾਂਦਾ। ਮੈਂ ਦੁਬਾਰਾ ਸ਼ੇਅਰ ਕਰਦੀ ਹਾਂ।
ਦੱਸ ਦਿਆ ਕਰੋ ਪੁੱਤ। ਮੈਨੂੰ ਤਾਂ ਐਂ ਲੱਗ ਰਿਹਾ ਸਕਰੀਨ ਸ਼ੇਅਰ ਹੋ ਰਹੀ ਹੈ, ਆਈ ਥਿੰਕ ਹੁਣ ਸ਼ੇਅਰ ਹੋ ਰਹੀ ਹੈ ਨਾ। ਹਾਂਜੀ, ਤਾਂ ਉਹਨਾਂ ਨੇ ਕਿਹੜੀ ਲਾਈਨ ਪੜ੍ਹੀ, ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ। ਐਡਵਰਟੀਜ਼ਮੈਂਟ ਦੇ ਬਿਲਕੁਲ ਨੀਚੇ ਲਿਖਿਆ ਹੋਇਆ ਸੀ ਕਿ ਔਰਤਾਂ ਅਪਲਾਈ ਨਾ ਕਰਨ, ਇਹ ਜੌਬ ਕਿਹਦੇ ਲਈ ਹੈ, ਸਿਰਫ ਮਰਦਾਂ ਲਈ ਹੈ। ਉਹ ਕਹਿੰਦੇ ਕਿ ਐਡਵਰਟੀਜ਼ਮੈਂਟ ਪੜ੍ਹ ਕੇ ਮੈਨੂੰ ਬਹੁਤ ਖੁਸ਼ੀ ਹੋਈ, ਪਰ ਜਦੋਂ ਮੈਂ ਲਾਸਟ ਲਾਈਨ ਪੜ੍ਹੀ ਤਾਂ ਮੈਨੂੰ ਗੁੱਸਾ ਆ ਗਿਆ। ਫॉर द फर्स्ट टाइम इन लाइफ आई वॉज अप अगेंस्ट जेंडर डिस्क्रिमिनेशन। सो पहली वारी मैनू जिंदगी च लग्या कि मैं इस दे खिलाफ आवाज उठानी है। किस चीज के खिलाफ, कि लिंग भेद क्यों किया जा रहा है, भी कोई अगर जॉब है वो सारिਆਂ ਲਈ क्यों नहीं हैगी, सिर्फ मुंडिਆਂ ਲਈ क्यों है, कुड़ियां ਲਈ क्यों नहीं हैगी। और ये क्यों लिखिया भी कुड़ियां अप्लाई ना करन। ਤਾਂ ਇਸ ਚੀਜ਼ ਤੇ ਮੈਨੂੰ ਗੁੱਸਾ ਆ ਗਿਆ ਤੇ ਮੇਰਾ ਜੀ ਕੀਤਾ ਕਿ ਮੈਂ ਆਵਾਜ਼ ਉਠਾਵਾਂ। ਦੋ ਆਈ ਵਾਜ਼ ਨਾਟ ਕੀਨ ਔਨ ਟੇਕਿੰਗ ਅਪ ਦਾ ਜੌਬ। ਤਾਂ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਤਾਂ ਜ਼ਰੂਰਤ ਵੀ ਨਹੀਂ ਸੀ ਜੌਬ ਦੀ, ਉਹਨੇ ਤਾਂ PhD ਕਰਨ ਲਈ ਬਾਹਰ ਜਾਣਾ ਸੀ। ਆਈ ਸੌ ਇਟ ਐਜ਼ ਅ ਚੈਲੰਜ। ਪਰ ਉਹ ਕਹਿੰਦੀ ਕਿ ਮੈਨੂੰ ਨਾ ਐਂ ਲੱਗਿਆ ਵੀ ਮੈਨੂੰ ਚੁਣੌਤੀ ਜਿਹੀ ਲੱਗੀ ਵੀ ਮੈਂ ਵੀ ਤਾਂ ਇੰਜੀਨੀਅਰ ਹਾਂ, ਤੇ ਜੇ ਮੈਂ ਬਰਾਬਰ ਦੀ ਇੰਜੀਨੀਅਰਿੰਗ ਕਰ ਰਹੀ ਹਾਂ ਤਾਂ ਜੌਬ ਇਕੱਲੇ ਮੁੰਡਿਆਂ ਨੂੰ ਕਿਉਂ, ਮੈਨੂੰ ਕਿਉਂ ਨਹੀਂ। ਤਾਂ ਮੈਨੂੰ ਇਸ ਚੀਜ਼ ਦਾ ਜਿਹੜਾ ਹੈ ਨਾਰਾਜ਼ਗੀ ਹੋ ਗਈ, ਅਦਰਵਾਈਜ਼ ਮੈਂ ਤਾਂ ਜੌਬ ਲੈਣੀ ਵੀ ਨਹੀਂ ਸੀ, ਮੈਂ ਤਾਂ ਅੱਗੇ ਪੜ੍ਹਨਾ ਸੀ। So little did I know then that in real life academic excellence is not enough to be successful। ਨਾ ਮੈਨੂੰ ਉਦੋਂ ਇਹ ਪਤਾ ਸੀ ਕਿ ਆਮ ਜ਼ਿੰਦਗੀ 'ਚ ਸਿਰਫ ਤੁਹਾਡਾ ਹੁਸ਼ਿਆਰ ਹੋਣ ਨਾਲ ਹੀ ਤੁਸੀਂ ਸਫਲ ਨਹੀਂ ਹੋ ਜਾਂਦੇ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਡੇ ਅੰਦਰ ਹੋਣੀਆਂ ਬਹੁਤ ਜ਼ਰੂਰੀ ਨੇ। ਸੋ ਉਹ ਕੀ ਡਿਸਾਈਡ ਕਰਦੇ ਆ, ਆਈ ਡਿਸਾਈਡਡ ਟੂ ਇਨਫੋਰਮ ਦ ਟੌਪ ਮੋਸਟ ਪਰਸਨ ਇਨ ਟੈਲਕੋਜ਼ ਮੈਨੇਜਮੈਂਟ। ਮੈਂ ਕੀ ਸੋਚਿਆ ਕਿ ਮੈਂ ਨਾ ਟੈਲਕੋ ਦੀ ਮੈਨੇਜਮੈਂਟ ਦੇ ਟੌਪ ਮੋਸਟ ਬੰਦੇ ਨੂੰ ਇਸ ਦੀ ਸ਼ਿਕਾਇਤ ਕਰੂੰਗੀ। ਆਈ ਗੋਟ ਅ ਪੋਸਟ ਕਾਰਡ। ਪੋਸਟ ਕਾਰਡ ਕੀ ਹੁੰਦਾ ਬੇਟੇ, ਤੁਸੀਂ ਦੇਖਿਆ ਹੋਣਾ, ਨੀਲਾ ਜਿਹਾ ਕਾਰਡ ਹੁੰਦਾ, ਪੀਲਾ ਜਿਹਾ ਕਾਰਡ ਹੁੰਦਾ ਹੈ, ਉਹਦੇ ਇੱਕ ਪਾਸੇ ਐਡਰੈਸ ਲਿਖਣ ਦੀ ਥਾਂ ਹੈ, ਬਾਕੀ ਉਹ ਖਾਲੀ ਹੁੰਦਾ ਹੈ, ਤੁਸੀਂ ਉਹਦੇ ਤੇ ਚਿੱਠੀ ਲਿਖ ਕੇ ਪਾ ਸਕਦੇ ਹੋ। ਦੇਖਿਆ ਕਿਤੇ ਪੋਸਟ ਕਾਰਡ ਲਾਈਫ 'ਚ? ਹਨਾ, ਚਿੱਠੀ ਲਿਖਣ ਲਈ ਵਰਤਿਆ ਜਾਂਦਾ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ। ਸੋ ਮੈਂ ਪੋਸਟ ਕਾਰਡ ਲਿਖਣਾ ਸ਼ੁਰੂ ਕੀਤਾ ਤੇ ਮੇਰੇ ਜੋ ਜੋ ਜੀ ਚਾਹੀ ਗਿਆ ਮੈਂ ਲਿਖੀ ਗਈ। ਤੇ ਮੈਂ ਕੀ ਕੁਛ ਲਿਖਿਆ ਉਹ ਹੁਣ ਇਹਨਾਂ ਨੇ ਇੱਥੇ ਲਿਖਿਆ ਹੋਇਆ ਕਿ ਆਈ ਡਿਡ ਨਾਟ ਨੋ ਹੂ ਹੈਡਡ ਟੈਲਕੋ। ਮੈਨੂੰ ਨਹੀਂ ਸੀ ਪਤਾ ਕਿ ਟੈਲਕੋ ਦਾ ਮਾਲਿਕ ਕੌਣ ਹੈ। ਐਕਚੁਅਲੀ ਮੈਨੂੰ ਬਾਅਦ ਚੋਂ ਪਤਾ ਲੱਗਿਆ ਕਿ ਸੁਮੰਤ ਮੁਲਗਾਓਂਕਰ ਸੀ। ਮੈਂ ਕੀ ਕੀਤਾ, ਮੈਂ ਸਿੱਧੀ JRD ਨੂੰ ਚਿੱਠੀ ਲਿਖਤੀ। JRD ਕੌਣ ਹੈ ਬੇਟੇ, ਕੰਪਨੀ ਦਾ ਮਾਲਿਕ ਹੈ। ਠੀਕ ਹੈ, ਹੁਣ ਜਿਵੇਂ ਆਪਣੇ ਸਕੂਲ ਹੈ, ਸਕੂਲ ਦੇ ਵਿੱਚ ਪ੍ਰਿੰਸੀਪਲ ਸਰ ਨੇ, ਉਹ ਸੁਮੰਤ ਮੁਲਗਾਓਂਕਰ ਵਾਂਗੂ ਹੋ ਗਏ। ਤੇ JRD ਕੌਣ ਹੋ ਗਏ, ਸਾਡੇ ਸਿੱਖਿਆ ਮੰਤਰੀ। ਜੇ ਆਪਾਂ ਨੂੰ ਸਕੂਲ 'ਚ ਕੋਈ ਪ੍ਰੋਬਲਮ ਹੈ, ਆਪਾਂ ਪ੍ਰਿੰਸੀਪਲ ਸਰ ਨੂੰ ਦੱਸਾਂਗੇ ਨਾ, ਸਿੱਖਿਆ ਮੰਤਰੀ ਨੂੰ ਥੋੜ੍ਹੀ ਚਿੱਠੀ ਲਿਖਾਂਗੇ। ਤਾਂ ਉਹਨੇ ਕੀ ਕੀਤਾ, ਉਹਨੂੰ ਨਹੀਂ ਪਤਾ ਸੀ ਕਿ ਕਿਹਨੂੰ ਚਿੱਠੀ ਲਿਖਣੀ ਹੈ ਕਿਹਨੂੰ ਨਹੀਂ, ਉਹਨੇ ਸਿੱਧਾ ਚੱਕ ਕੇ ਕੰਪਨੀ ਦੇ ਮਾਲਿਕ JRD ਟਾਟਾ ਨੂੰ ਚਿੱਠੀ ਲਿਖਤੀ। ਟੂ ਦਿਸ ਡੇ ਆਈ ਰਿਮੈਂਬਰ ਕਲੀਅਰਲੀ ਵਟ ਆਈ ਰੋਟ। ਮੈਨੂੰ ਅੱਜ ਤੱਕ ਯਾਦ ਹੈ ਕਿ ਮੈਂ ਕੀ ਲਿਖਿਆ ਸੀ। ਹੁਣ ਇੱਥੇ ਤੋਂ ਲੈ ਕੇ ਇੱਥੇ ਤੱਕ ਇਹ ਸਾਰਾ ਕੁਝ ਉਹ ਹੈ ਜੋ ਉਹਨਾਂ ਨੇ ਚਿੱਠੀ 'ਚ ਲਿਖਿਆ। ਕੀ ਕੁਝ ਲਿਖਿਆ ਉਹਨਾਂ ਨੇ ਚਿੱਠੀ 'ਚ, ਉਹ ਕਹਿੰਦੇ ਕਿ ਟਾਟਾ ਹੈਜ਼ ਆਲਵੇਜ਼ ਬੀਨ ਪਾਇਨੀਅਰ। ਪਾਇਨੀਅਰ ਹੁੰਦਾ ਕੋਈ ਵੀ ਕੰਮ ਮੂਰੇ ਵੱਧ ਚੜ ਕੇ ਕਰਨਾ, ਪਹਿਲੇ ਨੰਬਰ ਤੇ ਹੋਣਾ। ਸੋ ਸਿੱਖਿਆ ਦੇ ਵਿੱਚ ਪਹਿਲੇ ਨੰਬਰ ਤੇ ਰਿਹਾ ਹੈ ਟਾਟਾ ਮੋਟਰਸ, ਕਿਉਂਕਿ ਇਹਨਾਂ ਦੇ ਇੰਸਟੀਚਿਊਟ ਵੀ ਚੱਲਦੇ ਸੀ ਪੜ੍ਹਾਈ ਲਿਖਾਈ ਵਾਲੇ, ਜਿਸ ਤਰ੍ਹਾਂ ਇਹ ਇੰਸਟੀਚਿਊਟ ਟਾਟਾ ਇੰਸਟੀਚਿਊਟ ਇਹਨਾਂ ਦਾ ਹੀ ਸੀ। ਦੇ ਆਰ ਦ ਪੀਪਲ ਹੂ ਸਟਾਰਟਡ ਦ ਬੇਸਿਕ ਇਨਫਰਾਸਟਰਕਚਰ ਇੰਡਸਟਰੀਜ਼ ਇਨ ਇੰਡੀਆ। ਭਾਰਤ ਦੇ ਵਿੱਚ ਪਹਿਲੀ ਵਾਰ ਜਿਹੜਾ ਉਦਯੋਗ ਵੱਡੇ ਪੱਧਰ ਤੇ ਸਥਾਪਿਤ ਕਰਨ ਵਾਲੇ ਕੌਣ ਸੀ, ਟਾਟਾ ਮੋਟਰਸ। ਸੋ ਪਹਿਲਾਂ ਉਹ ਇਹ ਦੱਸਦੇ ਨੇ ਟਾਟਾ ਮੋਟਰਸ ਬਾਰੇ, ਜਿਸ ਤਰ੍ਹਾਂ ਆਇਰਨ, ਸਟੀਲ, ਕੈਮੀਕਲਸ, ਟੈਕਸਟਾਈਲ, ਲੋਕੋਮੋਟਿਵ, ਚਾਰ ਤਰ੍ਹਾਂ ਦੀਆਂ ਫੈਕਟਰੀਆਂ ਇਹਨਾਂ ਦੀਆਂ ਕੰਮ ਕਰਦੀਆਂ ਸੀਗੀਆਂ ਪੂਰੇ ਇੰਡੀਆ ਦੇ ਵਿੱਚ। ਆਇਰਨ ਮਤਲਬ ਲੋਹਾ, ਸਟੀਲ ਮਤਲਬ ਸਟੀਲ ਤੁਹਾਨੂੰ ਪਤਾ ਹੀ ਹੈ, ਕੈਮੀਕਲ ਮਤਲਬ ਰਸਾਇਣ, ਟੈਕਸਟਾਈਲਸ ਮਤਲਬ ਕੱਪੜੇ ਦੀਆਂ ਮਿਲਾਂ, ਲੋਕੋਮੋਟਿਵ ਮਤਲਬ ਗੱਡੀਆਂ ਬਣਾਉਣਾ, ਕਾਰਾਂ, ਜੀਪਾਂ ਜਾਂ ਟਰੱਕਸ ਵਗੈਰਾ, ਐਵਰੀਥਿੰਗ। ਦੇ ਹੈਵ ਕੇਅਰਡ ਫॉर ਹਾਇਰ ਐਜੂਕੇਸ਼ਨ ਇਨ ਇੰਡੀਆ ਸਿੰਸ 1900। 1900 ਤੋਂ ਲੈ ਕੇ ਹੀ ਟਾਟਾ ਵਾਲਿਆਂ ਨੇ ਆਪਣੇ ਇੰਸਟੀਚਿਊਟ ਚਲਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਦੇ ਵਰ ਰਿਸਪੋਂਸਿਬਲ ਫॉर ਦ ਐਸਟੈਬਲਿਸ਼ਮੈਂਟ ਆਫ ਇੰਡੀਅਨ ਇੰਸਟੀਚਿਊਟ ਆਫ ਸਾਇੰਸ। ਤੇ ਇਹਨਾਂ ਨੇ ਇੰਨਾ ਵੱਡਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵੀ ਬਣਾਇਆ ਜਿਸ ਦੇ ਵਿੱਚ ਕਿ ਇੰਨੀ ਵਧੀਆ ਸਿੱਖਿਆ ਬੱਚਿਆਂ ਨੂੰ ਮਿਲ ਰਹੀ ਸੀ। ਫੋਰਚੂਨੇਟਲੀ ਆਈ ਸਟੱਡੀ ਹੇਅਰ। ਸੋ ਖੁਸ਼ਨਸੀਬੀ ਦੀ ਗੱਲ ਹੈ, ਫੋਰਚੂਨੇਟਲੀ ਮਤਲਬ ਖੁਸ਼ਨਸੀਬੀ ਦੀ ਗੱਲ ਹੈ ਕਿ ਮੈਂ ਤੁਹਾਡੇ ਹੀ ਇੰਸਟੀਚਿਊਟ ਦੇ ਵਿੱਚ ਪੜ੍ਹਦੀ ਹਾਂ। ਬਟ ਆਈ ਐਮ ਸਰਪ੍ਰਾਈਜ਼ਡ, ਪਰ ਮੈਨੂੰ ਇੱਕ ਚੀਜ਼ ਜਾਣ ਕੇ ਹੈਰਾਨੀ ਹੋਈ, ਹਾਊ ਅ ਕੰਪਨੀ ਸਚ ਐਜ਼ ਟੈਲਕੋ ਇਜ਼ ਡਿਸਕ੍ਰਿਮੀਨੇਟਿੰਗ। ਟੈਲਕੋ ਵਰਗੀ ਕੰਪਨੀ
ਭੇਦਭਾਵ ਕਿਉਂ ਕਰ ਰਹੀ ਹੈ? ਡਿਸਕ੍ਰਿਮੀਨੇਟਿੰਗ ਮਤਲਬ ਭੇਦਭਾਵ ਕਰ ਰਹੀ, ਔਨ ਦ ਬੇਸਿਸ ਆਫ ਜੈਂਡਰ, ਲਿੰਗ ਦੇ ਆਧਾਰ ਤੇ, ਮਤਲਬ ਮੁੰਡਾ ਤੇ ਕੁੜੀ ਦੇਖ ਕੇ ਇੱਕ ਜੌਬ ਦਿੱਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕੁੜੀਆਂ ਨਾ ਆਇਓ। ਤਾਂ ਉਹ ਕਹਿੰਦੇ ਕਿ ਮੈਂ ਇਹ ਲੈਟਰ ਲਿਖ ਕੇ ਆਈ ਪੋਸਟਡ ਦਿਸ ਲੈਟਰ ਐਂਡ ਫॉरगॉट ਅਬਾਊਟ ਇਟ, ਮੈਂ ਤਾਂ ਇਸ ਦੇ ਬਾਰੇ ਭੁੱਲ ਵੀ ਗਈ ਇਸ ਨੂੰ ਪੋਸਟ ਕਰਕੇ। ਲੈਸ ਦੈਨ 10 days, ਹਲੇ 10 ਦਿਨ ਵੀ ਨਹੀਂ ਹੋਏ ਸੀ ਚਿੱਠੀ ਪਾਈ ਨੂੰ, ਆਈ ਰਿਸੀਵਡ ਅ ਟੈਲੀਗ੍ਰਾਮ। ਟੈਲੀਗ੍ਰਾਮ ਬੇਟੇ ਇੱਕ ਇਮਰਜੈਂਸੀ ਲੈਟਰ ਟਾਈਪ ਹੁੰਦੀ ਹੈ, ਇਮਰਜੈਂਸੀ ਸੁਨੇਹਾ ਹੁੰਦਾ ਟੈਲੀਗ੍ਰਾਮ ਦੇ ਵਿੱਚ, ਤੇ ਉਹ ਫਟਾਫਟ ਪਹੁੰਚਾਉਣ ਲਈ ਹੁੰਦੇ ਆ ਕਿਸੇ ਨੂੰ ਸੁਨੇਹਾ। ਸੋ ਟੈਲੀਗ੍ਰਾਮ ਚਿੱਠੀ ਤੋਂ ਜਲਦੀ ਪਹੁੰਚਦੀ, ਚਿੱਠੀ 4-5 ਦਿਨ ਲੈਂਦੀ ਸੀ, ਲੇਕਿਨ ਟੈਲੀਗ੍ਰਾਮ ਨਾਲ ਦੀ ਨਾਲ ਸੇਮ ਡੇ ਹੀ ਅਗਲੇ ਨੂੰ ਸੁਨੇਹਾ ਦੇ ਦਿੰਦੀ ਸੀ। ਸੋ ਟੈਲੀਗ੍ਰਾਮ ਦੇ ਦੁਆਰਾ ਮੈਨੂੰ ਇੱਕ ਸੁਨੇਹਾ ਆਇਆ, ਕੀ ਸੁਨੇਹਾ ਆਇਆ? ਟੂ ਅਪੀਅਰ ਫॉर ਐਨ ਇੰਟਰਵਿਊ ਐਟ ਟੈਲਕੋਜ਼ ਪੁਣੇ ਆਫਿਸ, ਟੈਲਕੋ ਦੇ ਪੁਣੇ ਆਫਿਸ ਦੇ ਵਿੱਚ ਮੈਂ ਇੰਟਰਵਿਊ ਦੇ ਵਿੱਚ ਜਾਣਾ ਹੈ। ਯਾਨੀ ਕਿ ਉਹਨਾਂ ਨੇ ਜਿਸ ਕੰਪਨੀ ਨੂੰ ਚਿੱਠੀ ਲਿਖੀ ਉਸ ਕੰਪਨੀ ਨੇ ਉਹਨਾਂ ਨੂੰ ਇੰਟਰਵਿਊ ਲਈ ਬੁਲਾ ਲਿਆ। ਮੈਂ ਬੜੀ ਹੈਰਾਨ ਹੋਈ, ਆਈ ਵਾਜ਼ ਟੇਕਨ ਅਬੈਕ ਬਾय ਦ ਟੈਲੀਗ੍ਰਾਮ, ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇੰਨੀ ਛੇਤੀ ਸੁਣਵਾਈ ਹੋ ਜੂਗੀ। ਮਾਈ hostelmates told me I should get the opportunity to go to Pune free of cost and buy them famous Pune sarees for cheap। ਮੇਰੇ ਨਾਲ ਦੀਆਂ ਕੁੜੀਆਂ ਖੁਸ਼ ਹੋ ਗਈਆਂ ਜਿਹੜੀਆਂ ਮੇਰੇ ਨਾਲ ਰਹਿੰਦੀਆਂ ਸੀ, ਸਹੇਲੀਆਂ ਮੇਰੀਆਂ। ਉਹ ਕਹਿੰਦੀਆਂ ਚੱਲ ਨੌਕਰੀ ਮਿਲੇ ਨਾ ਮਿਲੇ ਪੂਨੇ ਜਾਣ ਦਾ ਮੌਕਾ ਤਾਂ ਮਿਲ ਰਿਹਾ, ਕਿਉਂਕਿ ਕੰਪਨੀ ਖਰਚਾ ਵੀ ਦੇ ਰਹੀ ਸੀ ਆ ਕੇ ਇੰਟਰਵਿਊ ਦੇਣ ਦਾ। ਸੋ ਕਹਿੰਦੀ ਕਿ ਤੈਨੂੰ ਪੈਸੇ ਵੀ ਮਿਲਣਗੇ ਤੇ ਤੂੰ ਇੰਟਰਵਿਊ ਵੀ ਦੇ ਆ, ਜੇ ਹੋਰ ਨਹੀਂ ਤਾਂ ਕੁਛ ਉੱਥੋਂ ਸਾਡੇ ਲਈ ਸਾੜੀਆਂ ਹੀ ਲੈ ਆਈ। ਇੰਨਾ ਚੈਪਟਰ ਸਮਝ ਆ ਗਿਆ ਬੇਟਾ?